ਤਸਬੀ ਫੇਰੀ ਮਨ ਨਾ ਫੇਰਿਆ, ਕੀ ਲੈਣਾ ਤਸਬੀ ਹੱਥ ਫੜ ਕੇ ਬੁਲਿਆ। ਜਾਗ ਬਿਨਾ ਦੁੱਧ ਜੰਮਦਾ ਹੀ ਨਾਹੀਂ, ਲਾਲ ਹੋਵੇ ਕੜ ਕੜ ਕੇ। ਜਾਗ ਤੋਂ ਬਿਨਾ ਦੁੱਧ ਜੰਮਦਾ ਨਾਹੀਂ, ਬਹੁਤ ਪਿਆਰੀ ਗੱਲ ਕੀਤੀ। ਸ਼ਾਸਤਰਾਂ ਦਾ ਸਾਰ ਹੈ, ਪਰ ਲੋਕ ਉੱਦਾਂ ਹੀ ਪੜ੍ਹ ਲੈਂਦੇ। ਫਿਰ ਜਾਗ ਕਾਹਦੀ ਲੱਗਦੀ ਹੈ? ਉਹ ਜਿਹੜਾ ਪਹਿਲਾਂ ਜੰਮਿਆ ਹੋਇਆ, ਜਿਹਨੇ ਜੰਮ ਕੇ ਦੇਖਿਆ ਹੈ। ਭਾਵ ਕਿ ਜਿਹੜਾ ਸੰਸਾਰ ਵੱਲੋਂ ਧਿਆਨ ਜਿਹਨੇ ਹਟਾਇਆ ਹੈ, ਹਟਾ ਕੇ ਜੰਮੇਗਾ ਨਾ। ਜੰਮਣ ਦਾ ਭਾਵ ਹੁੰਦਾ ਰੁਕਣਾ, ਟਿਕਣਾ, ਫਿਰ ਹੋਣਾ। ਦੁੱਧ ਪਤਲਾ ਹੁੰਦਾ ਹੈ, ਦਹੀਂ ਜੰਮ ਜਾਂਦਾ ਹੈ। ਦੇਖੋ, ਦੁੱਧ ਤੋਂ ਹੀ ਜੰਮ ਜਾਂਦਾ। ਇੱਦਾਂ ਹੀ ਤੁਹਾਡੀ ਸੁਰਤ ਹੈ, ਉਹ ਨਿਰਤ ਕਰ ਰਹੀ ਹੈ ਸੰਸਾਰ ਦੇ ਵਿੱਚ, ਭੱਜੀ ਫਿਰਦੀ। ਦਸੋਂ ਦਿਸ਼ਾ ਦੇ ਵਿੱਚ ਕਬੀਰ ਜੀ ਕਹਿੰਦੇ ਨਾ, ਮਨ ਪੰਖੀ ਪਿਆ ਉੜ ਉੜਦਾ ਦਿਸ ਜਾਏ। ਜੋ ਜੈਸੀ ਸੰਗਤ ਮਿਲੇ ਤੈਸੇ ਹੋਈ ਫਲ ਖਾਏ। ਜਿਹੋ ਜਿਹੀ ਸੰਗਤ ਮਿਲਦੀ ਹੈ। ਮਨ ਕੀ ਹੈ? ਸੁਰਤ ਹੈ, ਧਿਆਨ ਹੈ ਤੁਹਾਡਾ। ਅਤੇ ਜਿਹਦੀ ਤੁਸੀਂ ਸੰਗਤ ਕਰਦੇ ਹੋ। ਹੁਣ ਪੁਰਾਣੇ ਸਮਿਆਂ ਦੇ ਵਿੱਚ ਤਾਂ ਕਿਸੇ ਕੋਲ ਜਾਂਦੇ ਸੀ, ਸੰਗਤ ਕਰਦੇ ਸੀ। ਅਜੋਕੇ ਸਮੇਂ 'ਚ ਤਾਂ ਟੈਲੀਫੋਨ ਦੁਆਰਾ ਵੀ ਸੰਗਤ ਹੋ ਰਹੀ ਹੈ। ਅਤੇ ਜਿੱਥੇ ਜਿੱਥੇ ਤੁਸੀਂ ਕਰ ਰਹੇ ਹੋ ਸੰਗਤ, ਦੂਰੋਂ ਹੀ ਕਰ ਰਹੇ ਹੋ। ਦੇਖੋ, ਅਤੇ ਵੈਸਾ ਹੀ ਅਸਰ ਹੋ ਰਿਹਾ ਹੈ। ਹੁੰਦਾ ਹੈ ਨਾ, ਕਈ ਟੈਲੀਫੋਨ ਦੁਆਰਾ ਵੀ ਪ੍ਰਭਾਵਿਤ ਹੋ ਜਾਂਦੇ ਹਨ ਦੂਸਰੇ ਕੋਲ। ਬਹੁਤ ਲੋਕ ਅਤੇ ਦੂਰੋਂ ਹੀ ਅਸਰ ਹੋ ਜਾਂਦਾ। ਸੰਗਤ ਹੋ ਰਹੀ ਹੈ ਨਾ, ਜੈਸੇ ਕੋਈ ਸੰਗਤ ਕਰ ਰਿਹਾ ਹੈ ਵੈਸਾ ਹੀ ਅਸਰ ਹੋ ਰਿਹਾ। ਜੈਸੇ ਸੁਰਤ ਜਿੱਥੇ ਜਿੱਥੇ ਲੱਗ ਰਹੀ ਅਤੇ ਸੁਰਤ ਬਾਹਰ ਭਟਕ ਰਹੀ ਹੈ ਸੰਸਾਰ ਵਿੱਚ। ਅਤੇ ਸੰਸਾਰ ਵਿੱਚ ਜਿਹੜੀ ਸੁਰਤ ਭਟਕ ਰਹੀ ਹੈ, ਅਤੇ ਜਿਹਨੂੰ ਪਤਾ ਲੱਗ ਰਿਹਾ ਹੈ ਵੀ ਇਹ ਭਟਕ ਰਹੀ ਹੈ, ਇਹਨੂੰ ਅਸੀਂ ਰੋਕਦੇ ਹਾਂ, ਧਿਆਨ ਹਟਾਉਂਦੇ ਹਾਂ, ਫਿਰ ਸੰਸਾਰ ਵਿੱਚ ਲੱਗ ਜਾਂਦਾ ਹੈ। ਉਹਦਾ ਭਾਵ ਹੈ ਵੀ ਥੋੜ੍ਹੀ ਥੋੜ੍ਹੀ ਜਾਗ ਲੱਗ ਰਹੀ ਹੈ। ਜਿਹਨੂੰ ਵੀ ਐਸਾ ਹੋ ਰਿਹਾ ਹੈ, ਖਿਆਲ ਵਿੱਚ ਲਓ। ਤੁਸੀਂ ਦਰਅਸਲ ਇਹਨੂੰ ਦੂਸਰੇ ਢੰਗ ਦੇ ਨਾਲ ਸੋਚ ਲੈਂਦੇ ਹੋ ਕਈ ਵਾਰ। ਜਿਵੇਂ ਇੱਥੇ ਲਿਖਿਆ ਹੈ ਵੀ ਨਿਰਾਸ਼ ਹੋਣ ਵਾਲੀ ਗੱਲ, ਵੀ ਮਨ ਅਸੀਂ ਮੋੜ ਕੇ ਸੰਸਾਰ ਵੱਲ ਲਿਆਉਂਦੇ ਹਾਂ ਅਤੇ ਫਿਰ ਚਲਾ ਜਾਂਦਾ। ਲਿਖਿਆ ਹੈ ਗੁਸਤਾਖੀ ਮਾਫ, ਅਸੀਂ ਬਹੁਤ ਅਗਿਆਨੀ ਹਾਂ। ਨਹੀਂ, ਇਹ 'ਚ ਗੁਸਤਾਖੀ ਨਹੀਂ ਹੈ ਤੁਹਾਡੀ। ਖਿਆਲ ਕਰੋ ਥੋੜ੍ਹਾ ਜਿਹਾ। ਤੁਹਾਨੂੰ ਖਿਆਲ ਵਿੱਚ ਆ ਰਿਹਾ ਹੈ ਨਾ ਜਿਹੜਾ, ਮੈਂ ਦਰਅਸਲ ਤੁਹਾਡਾ ਨੈਗੇਟਿਵ ਪੁਆਇੰਟ ਘੱਟ ਦੇਖਦਾ। ਇਹੋ ਹੀ ਫਰਕ ਹੈ। ਕਮ ਸੇ ਕਮ ਤੁਹਾਨੂੰ ਖਿਆਲ ਵਿੱਚ ਤਾਂ ਆਉਣ ਲੱਗ ਪਿਆ ਕਿ ਸੁਰਤ ਸੰਸਾਰ ਵਿੱਚ ਭਟਕ ਰਹੀ ਹੈ, ਵੀ ਮੋੜ ਕੇ ਲਿਆਉਣਾ ਹੈ ਫਿਰ ਚਲੇ ਜਾਂਦੀ। ਇਹੋ ਹੀ ਤਾਂ ਸਿਮਰਨ ਹੈ, ਇਹੋ ਹੀ ਧਿਆਨ ਹੈ, ਇਹੋ ਹੀ ਮਨ ਦਾ ਮੁੜਨਾ ਹੈ, ਇਹੋ ਹੀ ਤਸਬੀਹ ਦਾ ਫਿਰਨਾ ਹੈ, ਇਹੋ ਹੀ ਯੋਗ ਹੈ, ਇਹੋ ਹੀ ਗਿਆਨ ਹੈ, ਇਹੋ ਹੀ ਧਿਆਨ ਹੈ ਨਾ। ਵੀ ਧਿਆਨ ਨੂੰ ਬਾਹਰੋਂ ਹਟਾਇਆ ਅਤੇ ਥੋੜ੍ਹੀ ਦੇਰ ਛਣਮਤ ਰੁਕਿਆ ਅਤੇ ਫਿਰ ਚਲੇ ਗਿਆ। ਫਿਰ ਖਿਆਲ ਆਇਆ ਅਤੇ ਫਿਰ ਹਟਾਇਆ। ਇੱਦਾਂ ਹੀ ਹੋਵੇਗਾ ਨਾ। ਫਿਰ ਥੋੜ੍ਹਾ ਜਿਹਾ ਕਠਿਨ ਵੀ ਹੈ। ਜਿਵੇਂ ਕਿਹਾ ਹੈ ਨਾ ਵੀ ਲਾਲ ਹੋਵੇ ਕੜ ਕੜ ਕੇ। ਫਿਰ ਤੁਸੀਂ ਖਿਆਲ ਕਰੋ ਵੀ ਪੁਰਾਣੇ ਸਮਿਆਂ ਦੇ ਵਿੱਚ ਮਾਈਆਂ ਅਕਸਰ ਦੁੱਧ ਨੂੰ ਕਾੜਦੀਆਂ ਹੁੰਦੀਆਂ ਸਨ, ਫਿਰ ਸ਼ਾਮ ਨੂੰ ਉਹ ਜਾਗ ਲਾਉਂਦੀਆਂ। ਕੱਚੇ ਦੁੱਧ ਨੂੰ ਜਾਗ ਨਹੀਂ ਸੀ ਲਾਉਂਦੀਆਂ। ਕੜਿਆ ਹੋਇਆ ਦੁੱਧ ਕਹਿੰਦੇ ਸਰੀਰ ਵਾਸਤੇ ਬਹੁਤ ਗੁਣਕਾਰੀ ਹੁੰਦਾ। ਲੱਸੀ ਵੀ, ਦਹੀਂ ਵੀ, ਉਹਦਾ ਮੱਖਣ ਵੀ ਚੰਗਾ ਨਿਕਲਦਾ ਹੈ। ਇਸ ਕਰਕੇ ਉਹ ਕਾੜਦੀਆਂ ਸਨ।
ਤੇ ਕਾੜ ਕੇ ਫਿਰ ਦੁੱਧ ਨੂੰ ਤੋਂ ਜਾਗ ਜਦੋਂ ਲਾਉਂਦੀਆਂ ਸੀ ਉਦੋਂ ਵੀ ਵੱਤ ਦੇਖਦੀਆਂ ਸਨ ਦੁੱਧ ਦੀ, ਵੀ ਜ਼ਿਆਦਾ ਗਰਮ ਤਾਂ ਨਹੀਂ, ਜ਼ਿਆਦਾ ਠੰਡਾ ਤਾਂ ਨਹੀਂ, ਮੌਸਮ ਦੇ ਹਿਸਾਬ ਨਾਲ। ਜੇ ਜ਼ਿਆਦਾ ਗਰਮ ਨੂੰ ਲਾਓਗੇ ਤਾਂ ਵੀ ਜਾਗ ਨਹੀਂ ਲੱਗੇਗੀ, ਜੰਮੇਗਾ ਨਹੀਂ। ਠੰਡੇ ਨੂੰ ਲਾ ਜਾਓਗੇ ਤਾਂ ਵੀ ਨਹੀਂ ਜੰਮੇਗਾ। ਉਹਨੂੰ ਢੱਕ ਕੇ ਰੱਖਦੀਆਂ ਸਨ। ਇਵੇਂ ਹੀ ਇਹ ਮਨ ਨੂੰ ਜਾਗ ਲੱਗਦੀ ਹੈ। ਇਹਨੂੰ ਅਸੀਂ ਨਾਮਦਾਨ ਵੀ ਕਿਹਾ ਹੈ, ਅਗਰ ਤੁਸੀਂ ਠੀਕ ਢੰਗ ਦੇ ਨਾਲ ਸਮਝੋ। ਪੁਰਾਣੇ ਸਮਿਆਂ ਦੇ ਵਿੱਚ ਨਾਮਦਾਨ ਇਹੋ ਹੀ ਹੁੰਦਾ ਸੀ, ਜਾਗ ਲਾਓ। ਫਿਰ ਵੱਤ ਦੇਖ ਕੇ ਜਾਗ ਲਾਉਣੀ ਜਦੋਂ ਸਮਾਂ ਆ ਜਾਵੇ। ਫਿਰ ਕੜਿਆ ਹੋਣਾ ਚਾਹੀਦਾ ਹੈ ਦੁੱਧ। ਫਿਰ ਕੱਢਣਾ ਥੋੜ੍ਹਾ ਜਿਹਾ ਕਠਿਨ ਹੈ। ਇਹੋ ਹੀ ਗੱਲ ਸਮਝਣ ਯੋਗ ਹੈ ਇੱਥੇ, ਵੀ ਜਦੋਂ ਐਸੀ ਅਵਸਥਾ ਹੁੰਦੀ ਹੈ ਨਾ, ਬਹੁਤਿਆਂ ਦੀ ਹੈ ਐਸੀ, ਕਿਉਂਕਿ ਮੈਨੂੰ ਟੈਲੀਫੋਨ ਆਉਂਦੇ ਰਹਿੰਦੇ ਹਨ ਗੁਰਮੁਖ ਪਿਆਰਿਆਂ ਦੇ। ਉਹ ਕਹਿੰਦੇ ਹਨ ਵੀ ਅਸੀਂ ਨਿਕਲਣ ਦਾ ਬਹੁਤ ਯਤਨ ਕਰਦੇ ਹਾਂ, ਫਿਰ ਸੰਸਾਰ ਦੇ ਵਿੱਚ ਭਟਕ ਜਾਂਦੇ ਹਾਂ। ਅਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਵੀ ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਖੁਸ਼ ਹੋਣ ਦੀ ਲੋੜ ਹੈ। ਕਮ ਸੇ ਕਮ ਨਿਕਲਣ ਦੀ ਕੋਸ਼ਿਸ਼ ਤਾਂ ਕਰ ਰਹੇ ਹੋ, ਜਾਗਣ ਦੀ ਕੋਸ਼ਿਸ਼ ਕਰ ਰਹੇ ਹੋ। ਚਲੋ ਮਾਇਆ ਸਵਾ ਲੈਂਦੀ ਹੈ, ਫਿਰ ਸੁਣਦੇ ਹੋ ਤੁਸੀਂ, ਸੁਣ ਕੇ ਫਿਰ ਜਾਗ ਆਉਂਦੀ ਹੈ। ਦੇਖੋ ਸੁਣ ਕੇ ਹੀ ਜਾਗ ਆ ਰਹੀ। ਜਾਗਣ ਦੀਆਂ ਗੱਲਾਂ ਸੁਣ ਰਹੇ ਹੋ ਨਾ, ਤੇ ਜਾਗ ਲੱਗ ਰਹੀ, ਦੂਰੋਂ ਵੀ ਲੱਗ ਰਹੀ ਹੈ ਜਾਗ। ਪਰ ਇੱਥੇ ਕੱਢਣਾ ਪੈਂਦਾ ਹੈ ਥੋੜ੍ਹਾ ਜਿਹਾ ਪਹਿਲਾਂ, ਉਹ ਜ਼ਰੂਰੀ ਹੈ। ਜਿਵੇਂ ਕਹਿੰਦੇ ਨਾ ਤਪੱਸਰਿਆ, ਤਪੱਸਰਿਆ ਦਾ ਭਾਵ ਹੁੰਦਾ ਹੈ ਗਰਮੀ, ਤਪਸ਼ ਦੇ ਵਿੱਚ ਦੀ ਗੁਜ਼ਰਨਾ ਪੈਂਦਾ, ਉਹ ਹੀ ਕੱਢਣਾ ਪੈਂਦਾ। ਕੱਢਣਾ ਇਸ ਕਰਕੇ ਪੈਂਦਾ ਹੈ ਵੀ ਸੁਰਤ ਜਿਹੜੀ ਹੈ ਉਹ ਸੰਸਾਰ ਨਾਲ ਬਹੁਤ ਜੁੜੀ ਹੋਈ ਹੈ, ਜ਼ਿਆਦਾ ਲਗਾਵ ਜ਼ਿਆਦਾ ਹੈ। ਸੁੱਖ ਸੁਵਿਧਾ ਮਾਣੇ ਹਨ, ਮੋਹ ਪਿਆਰ ਕੀਤਾ ਹੈ, ਸੁੱਖ ਵੀ ਮਾਣੇ ਹਨ, ਤਾਂ ਉਹਦੇ ਵਿੱਚ ਥੋੜ੍ਹਾ ਜਿਹਾ ਨਿਕਲਣੀ ਕਠਿਨ ਹੈ। ਇਸ ਕਰਕੇ ਥੋੜ੍ਹਾ ਜਿਹਾ ਤਪੱਸਿਆ ਕਰਨੀ ਪੈਂਦੀ। ਕਦੇ ਐਸੇ ਪ੍ਰਮਾਣ ਵੀ ਦਿੱਤੇ ਹਨ ਨਾ, ਵੀ ਸੋਨਾ ਜਿਵੇਂ ਸ਼ੁੱਧ ਹੁੰਦਾ ਹੈ ਅੱਗ ਦੇ ਵਿੱਚ ਪੈ ਕੇ, ਇਵੇਂ ਮਨ ਸ਼ੁੱਧ ਹੁੰਦਾ ਹੈ। ਉਹ ਇਸੇ ਕਰਕੇ ਪ੍ਰਮਾਣ ਹਨ ਵੀ ਇਹ ਤਪੱਸਿਆ ਹੈ। ਕੋਈ ਸੰਸਾਰ ਤੋਂ ਬਾਹਰ ਦੂਰ ਜਾ ਕੇ ਗੁਫਾ ਦੇ ਅੰਦਰ ਬੈਠ ਕੇ ਕਰਦਾ ਹੈ, ਕੋਈ ਸੰਸਾਰ 'ਚ ਰਹਿ ਕੇ ਕਰਦਾ ਹੈ। ਪਰ ਕਰਨੀ ਸਾਰਿਆਂ ਨੇ ਹੀ, ਕੱਢਣਾ ਤਾਂ ਹੈ ਹੀ ਨਾ, ਲਾਲ ਹੋਣਾ ਹੈ ਪਹਿਲਾਂ। ਅਤੇ ਇੱਥੇ ਹੌਸਲਾ ਛੱਡਣ ਵਾਲੀ ਗੱਲ ਨਹੀਂ ਹੈ। ਅਤੇ ਸੁਭਾਵਿਕ ਹੀ ਹੈ, ਜਦੋਂ ਲਗਾਵ ਹਟੇਗਾ ਤੁਸੀਂ ਕੋਸ਼ਿਸ਼ ਕਰੋਗੇ ਫਿਰ ਜਾਵੇਗਾ। ਬਹੁਤ ਜ਼ਿਆਦਾ ਕੋਸ਼ਿਸ਼ ਕਰੋਗੇ ਫਿਰ ਵੀ ਭਟਕ ਜਾਓਗੇ, ਕਈ ਵਾਰ, ਬਹੁਤ ਵਾਰ ਸੁਰਤ ਜਾਵੇਗੀ। ਇਹ ਕੱਢਣਾ ਹੈ, ਇਹ ਹਰ ਇੱਕ ਨੇ ਤਪੱਸਿਆ ਕਰਨੀ ਹੈ। ਕਈ ਕੀ ਕਰਦੇ ਹਨ ਵੀ ਸੁਣ ਕੇ ਜਦੋਂ ਇਹੋ ਜਿਹੀ ਅਵਸਥਾ ਆਉਂਦੀ ਹੈ ਨਾ ਕਈਆਂ ਦੇ ਉੱਪਰ, ਉਹ ਸੁਣਨੋਂ ਹਟ ਜਾਂਦੇ ਹਨ, ਘਬਰਾ ਜਾਂਦੇ ਹਨ ਵੀ ਇਹ ਨਾ ਹੋਵੇ ਨਾ ਘਰ ਦੇ ਨਾ ਘਾਟ ਦੇ, ਵੀ ਇਹ ਕੀ ਹੋ ਰਿਹਾ, ਸੰਸਾਰ ਵੱਲ ਧਿਆਨ ਹਟ ਰਿਹਾ। ਨਹੀਂ, ਘਬਰਾਉਣ ਵਾਲੀ ਗੱਲ ਨਹੀਂ ਹੈ, ਇਹ ਸੁਭਾਵਿਕ ਹੈ। ਅਤੇ ਕਈ ਆਂਦਾ ਹਟਦਾ ਨਹੀਂ ਹੈ ਧਿਆਨ, ਜਿਵੇਂ ਇਹਨਾਂ ਨੇ ਲਿਖਿਆ ਹੈ, ਤਾਂ ਉਹ ਨਿਰਾਸ਼ ਹੋ ਜਾਂਦੇ ਹਨ ਵੀ ਹਟਦਾ ਹੀ ਨਹੀਂ, ਅਸੀਂ ਕੋਸ਼ਿਸ਼ ਕਰਦੇ ਛੱਡੋ ਪਰਾਂ। ਕਈ ਤਸਬੀਹ ਤੋੜ ਕੇ ਸੁੱਟ ਦਿੰਦੇ ਆ, ਤਸਬੀਹ ਦਾ ਕਸੂਰ ਥੋੜ੍ਹੀ ਹੈ। ਨਹੀਂ, ਆਸਤੇ ਆਸਤੇ ਹਟੇਗਾ, ਸਬਰ ਕਰਨਾ ਪਵੇਗਾ। ਧੀਰਜ, ਤਦੇ ਕਿਹਾ ਨਾ ਧੀਰਜ ਧਾਮ ਬਣਾਏ ਹੈ ਤਨ, ਬੁੱਧ ਸੋ ਦੀਪਕ ਉਜਿਆ ਜਿਉਂ ਉਜਿਆ। ਧੀਰਜ ਬਹੁਤ ਜ਼ਰੂਰੀ ਹੈ ਇਸ ਮਾਰਗ 'ਤੇ। ਸਹਿਜਤਾ ਦੇ ਨਾਲ ਖਿਆਲ ਰੱਖੋ, ਅਤੇ ਜਦੋਂ ਚਲੇ ਜਾਂਦਾ ਹੈ ਤੁਹਾਨੂੰ ਖਿਆਲ ਵਿੱਚ ਆਉਂਦਾ ਹੈ ਅਤੇ ਫਿਰ ਮੋੜ ਲਿਆਓ, ਅਤੇ ਫਿਰ ਚਲੇ ਜਾਵੇਗਾ। ਇਹੋ ਹੀ ਤਾਂ ਅਭਿਆਸ ਹੈ। ਅਭਿਆਸੀ ਕੀ ਕਰਦਾ ਹੈ, ਵਾਰ ਧਿਆਨ ਨੂੰ
ਸੁਰਤ ਨੂੰ ਟਿਕਾਉਂਦਾ ਹੈ। ਕੋਈ ਸਵਾਸਾਂ 'ਤੇ ਟਿਕਾ ਰਿਹਾ, ਕੋਈ ਨਾਮ 'ਤੇ ਟਿਕਾ ਰਿਹਾ, ਕੋਈ ਜਪ 'ਤੇ ਟਿਕਾ ਰਿਹਾ, ਕੋਈ ਕਿਸੇ ਕੇਂਦਰ 'ਤੇ ਟਿਕਾਉਂਦਾ ਹੈ। ਉਹ ਵੀ ਮੋੜ ਮੋੜ ਲਿਆਉਂਦਾ ਹੈ ਨਾ, ਪਰ ਉਹਦੇ ਦੁਆਰਾ ਜਾਗ ਨਹੀਂ ਆਉਂਦੀ, ਕਿਉਂਕਿ ਮਨ ਮੁੜਦਾ ਨਹੀਂ। ਬਹੁਤ ਕੱਢ ਲੈਂਦੇ ਹਨ ਦੁੱਧ ਨੂੰ, ਪਰ ਜਾਗ ਨਹੀਂ ਨਾ ਲੱਗਦੀ। ਜਾਗ ਲਾਉਣ ਵਾਲਾ ਹੀ ਤਾਂ ਕੋਈ ਚਾਹੀਦਾ ਹੀ ਹੈ। ਫਿਰ ਦੂਸਰੀ ਗੱਲ ਹੈ ਵੀ ਜਾਗ ਜਿਹੜੀ ਹੈ ਉਹ ਦੁੱਧ ਦੇ ਵਿੱਚ ਪਵੇ ਤੇ ਤਾਂ ਲੱਗਦੀ ਹੈ। ਜੇ ਹੁਣ ਦਹੀਂ ਨੂੰ ਕੋਲੇ ਰੱਖ ਦਿਓ ਤਾਂ ਵੀ ਜਾਗ ਨਹੀਂ ਲੱਗੀ। ਐਸਾ ਹੀ ਹੁੰਦਾ ਹੈ। ਪੁਰਾਣੇ ਸਮਿਆਂ 'ਚ ਤੁਸੀਂ ਦੇਖਿਆ ਨਾ, ਗੁਰੂਆਂ ਕੋਲ ਵੀ ਰਹੇ ਸਨ ਕਈ ਗੁਰਸਿੱਖ, ਉਹਨਾਂ ਨੂੰ ਜਾਗ ਨਹੀਂ ਲੱਗੀ। ਦੇਖੋ ਪ੍ਰਿਥਵੀ ਚੰਦ ਗੁਰੂ ਦਾ ਭਾਈ ਸੀ, ਪੇ ਵੀ ਗੁਰੂ ਸੀ, ਤਾਂ ਵੀ ਜਾਗ ਨਹੀਂ ਲੱਗੀ। ਕੋਲੇ ਰਹਿਣ ਕਰਕੇ ਵੀ ਨਹੀਂ ਜਾਗ ਲੱਗਦੀ, ਵਿੱਚ ਪਾਉਣਾ ਪੈਂਦਾ, ਭਾਵ ਕਿ ਇੱਕ ਮਿੱਕ ਹੋਣਾ ਪੈਂਦਾ। ਫਿਰ ਦੂਸਰੀ ਗੱਲ ਇਹ ਹੈ ਵੀ ਇੱਥੇ ਖੇਲ ਖਤਮ ਨਹੀਂ ਹੈ, ਇੱਥੇ ਪੂਰੀ ਗੱਲ ਨਹੀਂ ਕਹੀ ਹੈ ਬੁੱਲੇ ਸ਼ਾਹ ਨੇ, ਖਿਆਲ ਵਿੱਚ ਰੱਖੋ। ਉਹ ਕਹਿ ਰਹੇ ਹਨ ਜਾਗ ਬਿਨਾਂ ਦੁੱਧ ਜੰਮਦਾ ਨਾ ਹੀ, ਲਾਲ ਹੋਵੇ ਕੜ ਕੜ ਕੇ। ਕਹਿੰਦੇ ਕਾੜੀ ਜਾਓ ਜਿੰਨਾ ਮਰਜ਼ੀ, ਉਹ ਜਾਗ ਤੋਂ ਬਿਨਾਂ ਨਹੀਂ ਜੰਮੇਗਾ। ਤਪੱਸਿਆ ਕਰੀ ਜਾਓ, ਮਨ ਥਿਰ ਨਹੀਂ ਹੁੰਦਾ, ਕਿਉਂਕਿ ਬਾਹਰੋਂ ਨਹੀਂ ਹਟਦਾ, ਫਿਰਦਾ ਨਹੀਂ ਹੈ। ਤਪੱਸਿਆ, ਮਾਲਾ ਫੇਰੋ, ਜਪ ਤਪ ਕਰੋ, ਕਰ ਹੀ ਰਹੇ ਹਨ, ਫਿਰਦਾ ਨਹੀਂ ਹੈ ਮਨ। ਹੁਣ ਜਿਹੜੇ ਕਹਿ ਰਹੇ ਹਨ, ਜਿਵੇਂ ਮੈਂ ਕਹਿੰਦਾ ਹਾਂ, ਮਨ ਫੇਰਨ ਵਾਸਤੇ, ਸੰਸਾਰ ਤੋਂ ਮੋੜਨ ਵਾਸਤੇ, ਉਹ ਗੱਲ ਸੁਣਨ ਨੂੰ ਤਿਆਰ ਨਹੀਂ ਹਨ ਲੋਕ। ਤੁਸੀਂ ਸਮਝੋ ਵੀ ਫੇਰਨ ਨੂੰ ਕਿਹੜਾ ਤਿਆਰ ਹੋਊਗਾ। ਜਿਹੜਾ ਸੰਸਾਰ ਨੂੰ ਝੂਠ ਹੈ, ਅਸੱਤ ਹੈ, ਮਿਥਿਆ ਹੈ, ਇੱਧਰੋਂ ਧਿਆਨ ਹਟਾਉਣਾ ਹੈ, ਇਹ ਗੱਲ ਸੁਣਨ ਨੂੰ ਤਿਆਰ ਨਹੀਂ ਹੈ, ਤੋ ਫੇਰੂਗਾ ਕਿਵੇਂ ਮਨ ਨੂੰ? ਜਪਾਂ ਤਪਾਂ ਦੇ ਨਾਲ। ਤੁਸੀਂ ਆਪ ਸੋਚੋ, ਉਹਦਾ ਫਿਰਦਾ ਨਹੀਂ ਹੈ ਮਨ। ਇਸ ਕਾਰਨ ਗੱਲ ਇਹ ਤੋਂ ਸ਼ੁਰੂ ਕੀਤੀ ਜਾਂਦੀ ਹੈ, ਫੇਰਨ ਤੋਂ, ਮਨ ਨੂੰ ਫੇਰਨ ਤੋਂ। ਗੱਲ ਵੀ ਝੂਠ ਵੱਲੋਂ ਫੇਰਨਾ ਹੈ, ਜਿੱਧਰੋਂ ਮੋੜਨਾ ਹੈ। ਜਿਵੇਂ ਕਿਹਾ ਹੈ ਨਾ ਬੁੱਲੇ ਸ਼ਾਹ ਨੇ, ਵੀ ਇੱਧਰੋਂ ਪੱਟਣਾ ਤੇ ਇੱਧਰ ਲਾਉਣਾ, ਬੁੱਲਿਆ ਰੱਬ ਦਾ ਕੀ ਪਾਉਣਾ। ਅਤੇ ਜਿੱਧਰੋਂ ਪੱਟਣਾ ਹੈ, ਪਹਿਲਾਂ ਪੱਟਣ ਬਾਰੇ ਗੱਲ ਕੀਤੀ ਜਾਂਦੀ, ਲਾਉਣਾ ਤਾਂ ਬਾਅਦ ਦੇ ਵਿੱਚ ਹੈ ਨਾ। ਪੱਟੋਗੇ ਤਾਂ ਹੀ ਲਾਓਗੇ। ਜਿਵੇਂ ਜੱਟ ਪਨੀਰੀ ਪੱਟ ਕੇ ਲਾਉਂਦਾ ਹੈ, ਇੱਕ ਪਾਸੇ ਤੋਂ ਪੱਟਦਾ ਹੈ ਤਾਂ ਹੀ ਦੂਏ ਪਾਸੇ ਲਾਉਂਦਾ ਹੈ ਨਾ। ਪਹਿਲਾਂ ਪੱਟਣ ਬਾਰੇ ਕਹਿੰਦੇ ਹਨ ਜਿਹੜੇ ਵਾਸਤਵਿਕ ਜਾਗਰੂਕ ਪੁਰਸ਼ ਹਨ। ਤੋਂ ਪੱਟਣ ਦੀ ਗੱਲ ਕੋਈ ਸੁਣ ਕੇ ਤਿਆਰ ਹੀ ਨਹੀਂ। ਅਤੇ ਜਿੱਧਰੋਂ ਧਿਆਨ ਪੱਟਣਾ ਹੈ, ਸੰਸਾਰ ਵੱਲੋਂ ਪੱਟਣਾ ਹੈ ਅਤੇ ਰੱਬ ਵੱਲ ਲਾਉਣਾ ਹੈ, ਅਤੇ ਉੱਧਰੋਂ ਪੱਟ ਨਹੀਂ ਹੁੰਦਾ ਹੈ, ਧਿਆਨ ਹਟਦਾ ਨਹੀਂ ਹੈ, ਫਿਰਦਾ ਨਹੀਂ ਹੈ ਮਨ। ਅਤੇ ਬਹੁਤ ਕੱਢਦੇ ਹਨ ਕਈ, ਕੜ ਕੇ ਲਾਲ ਹੋ ਰਹੇ ਹਨ, ਪਰ ਜਾਗ ਬਿਨਾਂ ਦੁੱਧ ਜੰਮਦਾ ਨਾ। ਅਤੇ ਜਾਗ ਲੱਗਦੀ ਹੈ, ਇੰਨੀ ਜ਼ਿਆਦਾ ਨੇੜਤਾ ਹੋ ਜਾਵੇ ਵੀ ਉਹ ਜਿਹੜੀ ਜਾਗ ਹੈ ਉਹ ਦੁੱਧ ਦੇ ਨਾਲ ਮਿਲ ਜਾਵੇ। ਦੁੱਧ ਦੇ ਨਾਲ ਮਿਲੂਗੀ ਤਾਂ ਹੀ ਜਾਗ ਲੱਗੂਗੀ ਨਾ। ਅਤੇ ਇਹ ਬਾਹਰ ਦੀ ਨੇੜਤਾ ਦੀ ਨਹੀਂ ਗੱਲ ਹੈ। ਹੁਣ ਚਾਟੀ ਦੇ ਵਿੱਚ, ਤੌੜੀ ਦੇ ਵਿੱਚ ਪਈ ਹੋਈ ਹੈ ਲੱਸੀ, ਦੁੱਧ ਕੜਿਆ ਹੋਇਆ, ਅਤੇ ਹੁਣ ਜਿਹੜੀ ਜਾਗ ਹੈ ਉਹ ਬਿਲਕੁਲ ਕੋਲੇ ਵੀ ਰੱਖ ਦਿਓ ਤਾਂ ਵੀ ਨਹੀਂ ਉਹਦੇ ਅੰਦਰ, ਭਾਵ ਕਿ ਬਾਹਰਲੇ ਵੀ ਨੇੜਤਾ ਹੋ ਜਾਵੇ ਤਾਂ ਵੀ ਜਾਗ ਨਹੀਂ ਲੱਗਣੀ, ਅੰਦਰਲੀ ਨੇੜਤਾ ਨਾਲ ਜਾਗ ਲੱਗਣੀ। ਭਾਵ ਕਿ ਅੰਦਰਲੀ ਜਿਹੜੀ ਸੁਰਤ ਹੈ ਨਾ, ਧਿਆਨ ਹੈ, ਉਹਨੂੰ ਧਿਆਨ ਦੀ ਜਾਗ ਲੱਗਦੀ ਹੈ, ਜਿਹੜੀ ਵਾਸਤਵਿਕ ਗੱਲ ਤੁਸੀਂ ਸਮਝੋ। ਅਤੇ ਜਿਵੇਂ ਜਿਵੇਂ ਤੁਹਾਡਾ ਬਾਹਰੋਂ ਧਿਆਨ ਹਟਦਾ ਗਿਆ, ਉਵੇਂ ਉਵੇਂ ਹੀ ਤੁਹਾਨੂੰ ਜਾਗ ਲੱਗਦੀ ਰਹੇਗੀ, ਅੰਦਰੋਂ ਹੀ ਲੱਗੇਗੀ। ਅਤੇ ਜਦੋਂ ਪੂਰੀ ਜਾਗ ਲੱਗ ਗਈ
ਜੰਮ ਗਿਆ ਦੁੱਧ, ਫਿਰ ਰਿੜਕਣਾ ਹੈ। ਸਹਿਜ ਬਲੋਹ ਜੈਸੇ ਤਤ ਨਾ ਜਾਏ, ਫਿਰ ਉਹਦੇ 'ਚੋਂ ਤੱਤ ਵੀ ਕੱਢਣਾ ਹੈ ਨਾ। ਕਈਆਂ ਨੂੰ ਜਾਗ ਲੱਗ ਜਾਂਦੀ ਹੈ, ਜੰਮ ਜਾਂਦੇ ਹਨ, ਉਹ ਜੜ ਹੋ ਜਾਂਦੇ ਹਨ, ਠੋਸ ਹੋ ਜਾਂਦੇ ਹਨ, ਤੋ ਉਹਨੂੰ ਹੀ ਉਪਲਬਧੀ ਸਮਝ ਲੈਂਦੇ ਹਨ। ਜੜਤਾ, ਕਈਆਂ ਦੀ ਜੜਤਾ ਹੋ ਜਾਂਦੀ ਨਹੀਂ। ਜਾਗ ਲੱਗ ਗਈ, ਜੰਮ ਗਿਆ, ਉਸ ਤੋਂ ਬਾਅਦ ਫਿਰ ਰਿੜਕਣਾ, ਮੰਥਨ ਕਰਨਾ, ਫਿਰ ਤੱਤ ਉਹਦੇ 'ਚੋਂ ਨਿਕਲਦਾ ਹੈ, ਅਤੇ ਸਹਿਜੇ ਸਹਿਜੇ ਤੱਤ ਨਿਕਲਦਾ ਹੈ, ਬਹੁਤ ਆਸਤੇ ਆਸਤੇ। ਸਹਿਜ ਬਲੋਹ ਜੈਸੇ ਤੱਤ ਨਾ ਜਾਈ, ਹੁਣ ਜ਼ੋਰ ਜ਼ੋਰ ਦੀ ਰਿੜਕੋ ਤਾਂ ਮੱਖਣ ਵਿੱਚ ਹੀ ਖੁਰ ਜਾਵੇਗਾ। ਜਾਂ ਭਾਵ ਕਿ ਜਿਹੜਾ ਮਨ ਟਿਕਿਆ ਹੋਇਆ ਹੈ ਨਾ, ਸੁਰਤ ਟਿਕੀ ਹੋਈ ਹੈ, ਫਿਰ ਉਹਨੂੰ ਵੀ ਮਾਰਨਾ ਹੈ। ਤਦੇ ਫਿਰ ਦੌੜ ਖਤਮ ਹੋਵੇਗੀ ਨਾ। ਮਨ ਮਾਰੇ ਤਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਹੁਣ ਕਈਆਂ ਦਾ ਥਿਰ ਹੋ ਗਿਆ ਪਰ ਮਰਿਆ ਨਹੀਂ, ਅਤੇ ਉਹਨਾਂ ਦੀ ਸਾਧਨਾ ਜਾਰੀ ਰਹਿੰਦੀ ਹੈ। ਪਰ ਤੁਹਾਨੂੰ ਜਾਗ ਲੱਗ ਰਹੀ ਹੈ, ਤੁਸੀਂ ਬਹੁਤ ਵਡਭਾਗੀ ਹੋ। ਮੈਨੂੰ ਪੁੱਛੋ ਤਾਂ ਤੁਹਾਡੇ ਬਹੁਤ ਵੱਡੇ ਭਾਗ ਹਨ। ਵਡਭਾਗੀ ਸਤਸੰਗਤ ਪਾਵੇ, ਭਾਗਹੀਣ ਪਰਮ ਝੋਟਾ ਖਾਵੇ। ਤੁਸੀਂ ਜਾਗ ਰਹੇ ਹੋ, ਥੋੜ੍ਹੀ ਥੋੜ੍ਹੀ ਜਾਗਣ ਦਾ ਖਿਆਲ ਤੇ ਆ ਰਿਹਾ ਹੈ ਨਾ, ਵੀ ਸੰਸਾਰ ਵੱਲ ਅਸੀਂ ਸੁੱਤੇ ਹਾਂ ਵਿਚਾਰਾਂ ਦੀ ਨੀਂਦ, ਅਤੇ ਥੋੜ੍ਹਾ ਜਿਹਾ ਖਿਆਲ ਆਉਂਦਾ ਅਤੇ ਅਸੀਂ ਹਟਦੇ ਹਾਂ, ਅਤੇ ਜਾਗਣ ਦਾ ਖਿਆਲ ਹੀ ਤੁਹਾਨੂੰ ਜਾਗਰਣ ਵੱਲ ਨੂੰ ਲੈ ਕੇ ਜਾਵੇਗਾ। ਤੁਸੀਂ ਜਾਗੋਗੇ, ਅਗਰ ਜਾਗਣਾ ਚਾਹੁੰਦੇ ਹੋ ਤਾਂ ਜਾਗੋਗੇ ਹੀ ਨਾ।